लगातार देखा जा रहा है ਜਿਹੜੇ ਕਿਸਾਨਾਂ ਨੂੰ ਵਾਰੰਟ ਜਾਰੀ ਕੀਤੇ ਜਾ ਰਹੇ ਨੇ ਉਸ ਦਾ ਲਗਾਤਾਰ ਕਿਸਾਨ ਜਥੇਬੰਦੀ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਮੇਰਾ ਖਿਆਲ ਜਿਹੜਾ ਇਹ ਫੈਸਲਾ ਸੀ ਉਹ ਤਾਂ ਪੰਜਾਬ ਦੇ ਵਿੱਤ ਮੰਤਰੀ ਉਹਨਾਂ ਕੋਲੇ ਸਹਿਕਾਰਤਾ ਵਿਭਾਗ ਵੀ ਆ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਵਾਰੰਟ ਜਾਰੀ ਕੀਤੇ ਗਏ ਨੇ ਉਹ ਸਾਰੇ ਵਾਰੰਟ ਵਾਪਸ ਲੈ ਲੈਣੇ, ਨਹੀਂ ਕੋਈ ਬੈਂਕ ਜਾਰੀ ਕਰੇਗਾ। ਜਿਨ੍ਹਾਂ ਨੇ ਇਹ ਆਦਤਾਂ ਪਾਈਆਂ ਸਾਰਾ ਕਰਜ਼ਾ ਮਾਫ ਕਰ ਦਿਆਂਗੇ ਤੇ ਇਹ ਡਿੱਕੀ ਜਾਂਦੇ ਆ। ਬੈਂਕਾਂ ਨੇ ਨਵੇਂ ਕਰਜ਼ੇ ਦੇਣੇ ਬੰਦ ਕਰਤੇ ਆ ਜਿਹੜੇ ਬੰਦੇ ਡਿਫਾਲਟਰ ਨੇ। ਇਹ ਵੀ ਕੋਈ ਸ਼ੱਕ ਨਹੀਂ ਕਿ ਕਰਜ਼ਿਆਂ ਦਾ ਮਿਸਯੂਜ਼ ਹੋਇਆ ਹੈ। ਇੱਕ ਬੰਦੇ ਕੋਲੇ 5 ਕਿੱਲੇ ਜ਼ਮੀਨ ਹੈ, ਤੁਸੀਂ ਉਹਨੂੰ ਟਰੈਕਟਰ ਦੇਤਾ 8 ਲੱਖ ਦਾ। ਜਿਹੜੇ ਫੀਲਡ ਅਧਿਕਾਰੀ ਨੇ ਜਿਹੜੇ ਸਿਆਸਤਦਾਨ ਨੇ ਉਹ ਲਾਗੂ ਕਰਾਇਆ ਹੈ, ਰეკਮੈਂਡ ਕੀਤਾ, ਸਿਫਾਰਿਸ਼ ਕੀਤੀ ਹੈ, ਉਹ ਤੇ ਕਾਰਵਾਈ ਕਿਉਂ ਨਾ ਹੋਵੇ। ਉਹਨਾਂ ਨੇ ਉਹਦੀ ਪੋਜੀਸ਼ਨ ਦੇਖੀ, ਟਰੈਕਟਰਾਂ ਵਾਲਿਆਂ ਤੋਂ ਕਮਿਸ਼ਨ ਲੈ ਲਿਆ ਕਿ ਸਾਡਾ ਟਰੈਕਟਰ ਵਿਕਾ ਦਿਓ, ਸਾਡਾ ਲੋਨ ਜਲਦੀ ਕਰ ਦਿਓ, ਦੁੱਕੀ ਪੰਜੀ ਉਹ ਸਾਂਭ ਲਈ। ਮੈਂ ਮਾਲਵੇ ਦੇ ਵਿੱਚ ਇਹ ਵੀ ਦੇਖਿਆ ਕਿ ਕਰਜ਼ਾ ਟਰੈਕਟਰ ਵਾਸਤੇ ਉਸੇ ਏਜੰਸੀ ਨੂੰ 50,000 ਰੁਪਇਆ ਘੱਟ ਦੇ ਕੇ ਟਰੈਕਟਰ ਵੇਚਤਾ। ਵਰਤ ਲਿਆ ਹੋਰ ਮਾਮਲੇ 'ਚ ਕਈ ਏਜੰਸੀਆਂ ਵਾਲਿਆਂ ਨੇ ਇੱਕੋ ਹੀ ਟਰੈਕਟਰ 4-4 ਕਿਸਾਨਾਂ ਨੂੰ ਵੇਚਤਾ ਤੇ ਕਾਰਵਾਈ ਕਿਸੇ ਨੇ ਨਹੀਂ ਕਰਨੀ। ਮੇਰੇ ਕਹਿਣ ਦਾ ਮਤਲਬ ਕਿ ਜੇ ਅਸੀਂ ਕਰਜ਼ਾ ਲੈਂਦੇ ਆ ਤਾਂ ਇਹ ਫਿਕਰ ਵੀ ਹੋਵੇ ਵਾਪਸ ਕਰਨਾ ਹੈ। ਸੁਪਰੀਮ ਕੋਰਟ ਦੇ ਵੱਲੋਂ ਜੋ ਜਹਾਂਗੀਰਪੁਰੀ ਦੇ ਵਿੱਚ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਜਾਰੀ ਕੀਤੇ ਨੇ। ਪਿਛਲੇ ਦਿਨਾਂ ਦੇ ਵਿੱਚ ਬੁਲਡੋਜ਼ਰ ਚਲਾਏ ਜਾ ਰਹੇ ਸੀ ਤੇ ਉੱਥੇ ਇਮਾਰਤਾਂ ਢਾਈਆਂ ਜਾ ਰਹੀਆਂ ਸੀ। ਮਾਮਲਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਗਿਆ। ਮਾਨਯੋਗ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਕਿ ਜਦੋਂ ਤੱਕ ਅਗਲੀ ਸੁਣਵਾਈ ਨਹੀਂ ਹੁੰਦੀ ਇਹ ਮਾਮਲਾ ਜਿਉਂ ਦੀ ਤਿਉਂ ਰਹੇ। ਬੀਤੀ ਕੱਲ ਤੇ ਮਾਮਲਾ ਪਿਆ, ਅਦਾਲਤ ਦੀ ਤਸੱਲੀ ਨਹੀਂ ਹੋਈ, ਉਹਨਾਂ ਨੇ ਇਹ ਮਾਮਲਾ ਅੱਗੇ ਪਾਤਾ ਲਗਭਗ 15 ਦਿਨ, ਔਰ ਉਦੋਂ ਤੱਕ ਸਾਰੀਆਂ ਧਿਰਾਂ ਨੂੰ ਆਪੋ ਆਪਣੇ ਪੱਖ ਪੇਸ਼ ਕਰਨ ਲਈ ਆਖਿਆ। ਅਦਾਲਤ ਦੇਖੇਗੀ ਕਿ ਇਹ ਢਾਏ ਜਾਣੇ ਜਾਇਜ਼ ਨੇ ਜਾਂ ਨਹੀਂ। ਕਿਹਾ ਇਹ ਜਾ ਰਿਹਾ ਕਿ ਇਹ ਸਾਰੇ ਜਿਹੜੇ ਆ ਨਜਾਇਜ਼ ਬਣੇ ਹੋਏ ਆ। ਅਗਲੀ ਪੇਸ਼ੀ ਦੇ ਉੱਤੇ ਜਦੋਂ ਸਾਰੀਆਂ ਧਿਰਾਂ ਨੇ ਆਪੋ ਆਪਣਾ ਪੱਖ ਰੱਖਣਾ ਹੈ ਤਾਂ ਫਿਰ ਅਦਾਲਤ ਉਹਦੇ ਤੇ ਵਿਚਾਰ ਕਰੇਗੀ। ਅਦਾਲਤ ਕੀ ਫੈਸਲਾ ਸੁਣਾਉਂਦੀ ਹੈ, ਉਦੋਂ ਤੱਕ ਜਹਾਂਗੀਰਪੁਰੀ ਦੇ ਵਿੱਚ ਇਹ ਜਿਹੜਾ ਮਾਮਲਾ ਉਹ ਸ਼ਾਂਤ ਹੋਇਆ। ਢਿੱਲੋਂ ਜੀ, ਪੰਜਾਬ ਸਰਕਾਰ ਦੇ ਵੱਲੋਂ ਖੇੜਾ ਕਲਮੋੜ ਦੇ ਸਾਰੇ ਕ੍ਰਸ਼ਰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਨੇ। ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਨਜਾਇਜ਼ ਖਨਨ ਜਿਹੜੀ ਹੈ ਬਹੁਤ ਵੱਡੀ ਪੱਧਰ ਤੇ ਹੋ ਰਹੀ ਹੈ। ਖਨਨ ਮੰਤਰੀ ਨੇ ਹਰਜੋਤ ਸਿੰਘ ਬੈਂਸ, ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਵੱਡੇ ਪੱਧਰ ਦੇ ਉੱਤੇ। ਉਹਨਾਂ ਨੇ ਖਨਨ ਮਾਮਲੇ ਦੇ ਕੁਝ ਅਧਿਕਾਰੀਆਂ ਦੇ ਉੱਤੇ ਵੀ ਅੱਜ ਕਾਰਵਾਈ ਕੀਤੀ ਹੈ, ਉਹਨਾਂ ਨੂੰ ਮੁਅੱਤਲ ਕੀਤਾ ਗਿਆ। ਲੇਕਿਨ ਇਸ ਖੇਤਰ ਦੇ ਜਿੰਨੇ ਵੀ ਕ੍ਰਸ਼ਰ ਹੈ ਕਹਿੰਦੇ ਉਸ ਆੜ ਦੇ ਵਿੱਚ ਗੈਰ ਕਾਨੂੰਨੀ ਕੰਮ ਹੁੰਦੇ ਆ। ਹਾਲ ਦੀ ਘੜੀ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ, ਮੋਹਰਬੰਦ ਕਰ ਦਿੱਤਾ ਗਿਆ। ਜਦੋਂ ਤੱਕ ਉਹਦੀ ਰਿਪੋਰਟ ਨਹੀਂ ਆਉਂਦੀ ਅਧਿਕਾਰੀਆਂ ਵੱਲੋਂ, ਜਿਹੜੀ ਰਿਪੋਰਟ ਪੇਸ਼ ਹੋਣੀ ਹੈ, ਉਦੋਂ ਤੱਕ ਇਹ ਸੀਲ ਰਹਿਣਗੇ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਲੈ ਕੇ ਚਰਚਾ ਕਰਾਂਗੇ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ, ਜਿਸ ਤੇ ਗੱਲਬਾਤ ਕਰਾਂਗੇ ਕਿ ਸੁਪਰੀਮ ਕੋਰਟ ਦੇ ਵੱਲੋਂ ਜਹਾਂਗੀਰਪੁਰੀ ਦੇ ਵਿੱਚ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ, ਜਿਨ੍ਹਾਂ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਬੈਂਕ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸੇਫ ਸਕੂਲ ਵਾਹਨ ਨੀਤੀ ਨੂੰ ਲੈ ਕੇ ਕਿ ਇਸ ਦੀ ਉਲੰਘਣਾ ਕਰਨ ਵਾਲੇ 7 ਸਕੂਲੀ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਸੁਪਰੀਮ ਕੋਰਟ ਦੇ ਵੱਲੋਂ ਜੋ ਜਹਾਂਗੀਰਪੁਰੀ ਦੇ ਵਿੱਚ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਜਾਰੀ ਕੀਤੇ ਨੇ। ਜਹਾਂਗੀਰਪੁਰੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬੁਲਡੋਜ਼ਰ ਚਲਾਏ ਜਾ ਰਹੇ ਸੀ ਤੇ ਉੱਥੇ ਇਮਾਰਤਾਂ ਢਾਈਆਂ ਜਾ ਰਹੀਆਂ ਸੀ। ਦੋਸ਼ ਇਹ ਲੱਗ ਰਿਹਾ ਹੈ ਇੱਕ ਵਿਸ਼ੇਸ਼ ਕਿਸਮ ਦੇ ਫਿਰਕੇ ਦੀਆਂ ਦੁਕਾਨਾਂ, ਧਾਰਮਿਕ ਸਥਾਨ ਤੇ ਹੋਰ ਢਾਏ ਜਾ। ਮਾਮਲਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਗਿਆ। ਮਾਨਯੋਗ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਕਿ ਜਦੋਂ ਤੱਕ ਅਗਲੀ ਸੁਣਵਾਈ ਨਹੀਂ ਹੁੰਦੀ ਇਹ ਮਾਮਲਾ ਜਿਉਂ ਦੀ ਤਿਉਂ ਰਹੇ। ਬੀਤੀ ਕੱਲ ਤੇ ਮਾਮਲਾ ਪਿਆ, ਅਦਾਲਤ ਦੀ ਤਸੱਲੀ ਨਹੀਂ ਹੋਈ, ਉਹਨਾਂ ਨੇ ਇਹ ਮਾਮਲਾ ਅੱਗੇ ਪਾਤਾ ਲਗਭਗ 15 ਦਿਨ, ਔਰ ਉਦੋਂ ਤੱਕ ਸਾਰੀਆਂ ਧਿਰਾਂ ਨੂੰ ਆਪੋ ਆਪਣੇ ਪੱਖ ਪੇਸ਼ ਕਰਨ ਲਈ ਆਖਿਆ ਕਿ ਪਹਿਲਾਂ ਤੁਸੀਂ ਪੱਖ ਪੇਸ਼ ਕਰੋ। ਅਦਾਲਤ ਦੇਖੇਗੀ ਕਿ ਇਹ ਢਾਏ ਜਾਣੇ ਜਾਇਜ਼ ਨੇ ਜਾਂ ਨਹੀਂ।
ਕਿਹਾ ਇਹ ਜਾ ਰਿਹਾ ਕਿ ਇਹ ਸਾਰੇ ਜਿਹੜੇ ਆ ਨਜਾਇਜ਼ ਬਣੇ ਹੋਏ ਆ। ਅੱਜ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਬੀਬੀ ਮਾਇਆਵਤੀ ਵੀ ਇਸ ਮਾਮਲੇ ਦੇ ਵਿੱਚ ਬੋਲੀ ਹੈ। ਬੀਬੀ ਮਾਇਆਵਤੀ ਨੇ ਆਖਿਆ ਕਿ ਜਦੋਂ ਇਹ ਨਿਰਮਾਣ ਹੋਏ ਸੀ ਉਦੋਂ ਇਹ ਕਿੱਥੇ ਸੁੱਤੇ ਪਏ ਸੀ ਅਧਿਕਾਰੀ, ਜਿਹਨੂੰ ਅੱਜ ਗੈਰ ਕਾਨੂੰਨੀ ਨਿਰਮਾਣ ਕਿਹਾ ਜਾ ਰਿਹਾ ਹੈ ਜੀ, ਨਿਯਮਾਂ ਦੇ ਉਲਟ ਜਾ ਕੇ ਕੀਤਾ ਨਿਰਮਾਣ ਕਿਹਾ ਜਾ ਰਿਹਾ ਹੈ। ਤਾਂ ਉਸ ਵੇਲੇ ਕਿੱਥੇ ਸੀਗੇ ਅਧਿਕਾਰੀ? ਉਹਨਾਂ ਤੇ ਵੀ ਨਾਲ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੀ ਦੇਖ ਰੇਖ ਛਤਰ ਛਾਇਆ ਦੇ ਵਿੱਚ ਇਹ ਬਣੇ ਨੇ। ਮੇਰਾ ਖਿਆਲ ਉਹਨਾਂ ਦਾ ਇਸ਼ਾਰਾ ਦਿੱਲੀ ਦੀ ਨਗਰ ਨਿਗਮ ਦੇ ਅਧਿਕਾਰੀਆਂ ਵੱਲ ਸੀ। ਸੋ ਇੱਕ ਵਾਰ ਅਦਾਲਤ ਨੇ ਇਹਨੂੰ ਰੋਕਤਾ। ਅਗਲੀ ਪੇਸ਼ੀ ਦੇ ਉੱਤੇ ਜਦੋਂ ਸਾਰੀਆਂ ਧਿਰਾਂ ਨੇ ਆਪੋ ਆਪਣਾ ਪੱਖ ਰੱਖਣਾ ਹੈ ਤਾਂ ਫਿਰ ਅਦਾਲਤ ਉਹਦੇ ਉੱਤੇ ਵਿਚਾਰ ਕਰੇਗੀ। ਅਦਾਲਤ ਕੀ ਫੈਸਲਾ ਸੁਣਾਉਂਦੀ ਹੈ, ਉਦੋਂ ਤੱਕ ਜਹਾਂਗੀਰਪੁਰੀ ਦੇ ਵਿੱਚ ਇਹ ਜਿਹੜਾ ਮਾਮਲਾ ਉਹ ਸ਼ਾਂਤ ਹੋਇਆ ਜੀ। ਢਿੱਲੋਂ ਜੀ, ਪੰਜਾਬ ਸਰਕਾਰ ਦੇ ਵੱਲੋਂ ਖੇੜਾ ਕਲਮੋੜ ਦੇ ਸਾਰੇ ਕਰਸ਼ਰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਨੇ। ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਨਜਾਇਜ਼ ਖਨਨ ਜਿਹੜੀ ਹੈ ਬਹੁਤ ਵੱਡੀ ਪੱਧਰ ਤੇ ਹੋ ਰਹੀ ਹੈ। ਇਹ ਅਨੰਦਪੁਰ ਸਾਹਿਬ ਤੇ ਰੋਪੜ ਦਾ ਨੰਗਲ ਦਾ ਇਲਾਕਾ ਸਾਰਾ ਜੀ। ਜਿਹੜੇ ਖਨਨ ਮੰਤਰੀ ਨੇ ਹਰਜੋਤ ਸਿੰਘ ਬੈਂਸ, ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਵੱਡੇ ਪੱਧਰ ਦੇ ਉੱਤੇ। ਉਹਨਾਂ ਨੇ ਖਨਨ ਮਾਮਲੇ ਦੇ ਕੁਝ ਅਧਿਕਾਰੀਆਂ ਦੇ ਉੱਤੇ ਵੀ ਅੱਜ ਕਾਰਵਾਈ ਕੀਤੀ ਹੈ, ਉਹਨਾਂ ਨੂੰ ਮੁਅੱਤਲ ਕੀਤਾ ਗਿਆ ਹੈ। ਲੇਕਿਨ ਇਸ ਖੇਤਰ ਦੇ ਜਿੰਨੇ ਵੀ ਕ੍ਰਸ਼ਰ ਹੈ, ਕਹਿੰਦੇ ਉਸ ਆੜ ਦੇ ਵਿੱਚ ਗੈਰ ਕਾਨੂੰਨੀ ਕੰਮ ਹੁੰਦੇ ਹੈ, ਹਾਲ ਦੀ ਘੜੀ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ, ਮੋਹਰਬੰਦ ਕਰ ਦਿੱਤਾ ਗਿਆ। ਜਦੋਂ ਤੱਕ ਉਹਦੀ ਰਿਪੋਰਟ ਨਹੀਂ ਆਉਂਦੀ ਅਧਿਕਾਰੀਆਂ ਵੱਲੋਂ, ਜਿਹੜੀ ਰਿਪੋਰਟ ਪੇਸ਼ ਹੋਣੀ ਹੈ, ਉਦੋਂ ਤੱਕ ਇਹ ਸੀਲ ਰਹਿਣਗੇ। ਪਰ ਇੱਕ ਸਮੱਸਿਆ ਪੈਦਾ ਹੋਈ ਹੈ, ਜਿਹੜਾ ਮਿੱਟੀ ਰੇਤਾ ਅਸੀਂ ਨਹਿਰਾਬੰਦੀ ਦੇ ਵਿੱਚ ਮੁਫਤ ਤੌਰ ਤੇ ਕੱਢ ਲਿਆ ਕਰਦੇ ਸੀ। ਸਾਨੂੰ ਆਪ ਨੂੰ ਯਾਦ ਹੈ ਕਿ ਸਾਡੇ ਨਾਲ ਕੱਚੀ ਨਹਿਰ ਲੰਘਦੀ ਸੀ, ਹੁਣ ਤਾਂ ਉਹ ਪੱਕੀ ਹੋ ਗਈ। ਜਦੋਂ ਨਹਿਰ ਦੇ ਵਿੱਚ ਬੰਦੀ ਆਉਂਦੀ ਸੀ ਤਾਂ ਅਸੀਂ ਲੋਕ ਟਰੈਕਟਰ ਲੈ ਕੇ ਆਪ ਇਹ ਕੱਢ ਲਿਆਉਂਦੇ ਸੀ ਰੇਤਾ। ਫਿਰ ਅਜਿਹੀ ਸਥਿਤੀ ਵੀ ਆਈ ਕਿ ਸਾਡੇ ਇਲਾਕੇ ਵਿੱਚੋਂ ਜੇ ਕਿਸੇ ਨੇ ਜੀਰਕਪੁਰ ਵੱਲ ਨੂੰ ਆਉਣਾ ਹੈ, ਟਰੱਕ ਵਾਲੇ ਨੇ ਉਹਨੇ ਤੇਲ ਲੈ ਲੈਣਾ ਤੇ ਨਾਲ ਭਰਾਈ ਲੈ ਲੈਣੀ। ਉਹ ਤੇਲ ਤੇ ਭਰਾਈ ਦੇ ਵਿੱਚ ਹੀ ਆਪਣੇ ਟਰੱਕ ਦੇ ਵਿੱਚ ਰੇਤਾ ਭਰ ਲਿਆਉਂਦਾ ਸੀ, ਔਰ ਉਹ ਰੇਤ ਨਾ ਮਾਤਰ ਪੈਸਿਆਂ ਦੇ ਵਿੱਚ ਪ੍ਰਾਪਤ ਹੋ ਜਾਂਦੀ ਸੀ। ਲੇਕਿਨ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ 20 ਸਾਲ ਤੋਂ ਧੰਦਾ ਬਣ ਗਈ। ਇਸ ਰੇਤੇ ਦੇ ਵਿੱਚ ਕਈਆਂ ਨੇ ਹੱਥ ਰੰਗੇ, ਵੱਡੇ ਅਧਿਕਾਰੀਆਂ ਨੇ, ਵੱਡੇ ਮੰਤਰੀਆਂ ਨੇ, ਵਿਧਾਇਕਾਂ ਨੇ, ਹੋਰਾਂ ਨੇ, ਜਿਸ ਬਾਰੇ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਵੇਲੇ ਬੀਬੀ ਸੋਨੀਆ ਗਾਂਧੀ ਦੀ ਕਚਹਿਰੀ 'ਚ ਜਾ ਕੇ ਦੱਸਿਆ ਕਿ ਮੈਂ ਰੋਕ ਨਹੀਂ ਸਕਿਆ, ਐਮਐਲਏ ਰੇਤਾ ਕੱਢ ਵੇਚਦੇ ਸੀ। ਫਿਰ ਤੁਹਾਨੂੰ ਸਿਰਫ ਉੱਥੇ ਐਸ਼ੋ ਆਰਾਮ ਕਰਨ ਵਾਸਤੇ ਬਿਠਾਇਆ ਹੋਇਆ ਸੀ ਕਿ ਸਰਕਾਰੀ ਉਸ ਦੇ ਵਿੱਚ ਐਸ਼ੋ ਆਰਾਮ ਕਰੀ ਜਾਓ, ਜੋ ਕਰਨਾ ਕਰੋ। ਇਸ ਤੋਂ ਉਹਨਾਂ ਨੇ ਆਪਣੀ ਨਾ ਅਹਿਲੀਅਤ ਆਪ ਹੀ ਕਬੂਲ ਲਈ। ਇਹ ਗਲਤ। ਸਰਕਾਰਾਂ ਨੂੰ ਸਰਕਾਰਾਂ ਬਣ ਕੇ ਰਹਿਣਾ ਚਾਹੀਦਾ ਹੈ, ਪਰ ਇਹ ਲੋਕ ਸਰਕਾਰ ਬਣ ਕੇ ਰਹੇ ਨਹੀਂ। ਜੀ ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਕਿਸਾਨ ਜਥੇਬੰਦੀਆਂ ਤੇ, ਤਾਂ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਨਿੱਤਰ ਚੁੱਕੇ ਨੇ ਤੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਵੀ ਬੈਂਕ ਅਧਿਕਾਰੀ ਕਿਸਾਨਾਂ ਨੂੰ ਪਰੇਸ਼ਾਨ ਕਰਨਗੇ ਉਹਨਾਂ ਦਾ ਘਿਰਾਓ ਕੀਤਾ ਜਾਵੇਗਾ, ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਜਿਹੜੇ ਕਿਸਾਨਾਂ ਨੂੰ ਵਾਰੰਟ ਜਾਰੀ ਕੀਤੇ ਜਾ ਰਹੇ ਨੇ ਉਸ ਦਾ ਲਗਾਤਾਰ ਕਿਸਾਨ ਜਥੇਬੰਦੀ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਮੇਰਾ ਖਿਆਲ ਜਿਹੜਾ ਇਹ ਫੈਸਲਾ ਸੀ ਉਹ ਤਾਂ ਪੰਜਾਬ ਦੇ ਵਿੱਤ ਮੰਤਰੀ, ਉਹਨਾਂ ਕੋਲੇ ਸਹਿਕਾਰਤਾ ਵਿਭਾਗ ਵੀ ਆ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਵਾਰੰਟ ਜਾਰੀ ਕੀਤੇ ਗਏ ਨੇ ਉਹ ਸਾਰੇ ਵਾਰੰਟ ਵਾਪਸ ਲੈ ਲੈਣੇ, ਨਹੀਂ ਕੋਈ ਬੈਂਕ ਜਾਰੀ ਕਰੇਗਾ। ਕਿਸਾਨ ਜਥੇਬੰਦੀਆਂ ਨੇ ਫੈਸਲਾ ਪਹਿਲਾਂ ਕਰ ਲਿਆ ਸੀ ਕਿ ਜਿਹੜਾ ਵੀ ਬੈਂਕ ਵਾਰੰਟ ਲੈ ਕੇ ਕਿਸੇ ਕਿਸਾਨ ਨੂੰ ਗ੍ਰਿਫਤਾਰ ਕਰਨ ਵਾਸਤੇ ਆਏਗਾ ਉਹ ਉਹਨਾਂ ਦਾ ਘਿਰਾਓ ਕਰਨਗੇ। ਇਸ ਮਾਮਲੇ ਦੇ ਵਿੱਚ ਸਰਕਾਰਾਂ ਨੇ ਠੋਸ ਨੀਤੀਆਂ ਨਹੀਂ ਬਣਾਈਆਂ। ਦਾਅਵੇ ਸਾਰੀਆਂ ਰਾਜਸੀ ਪਾਰਟੀਆਂ ਕਰਦੀਆਂ ਨੇ, ਕਿਸੇ ਕਿਸਾਨ ਦੇ ਹੱਥ ਕੜੀ ਨਹੀਂ ਲੱਗਣ ਦਿੱਤੀ ਜਾਵੇਗੀ।
ਇਹ ਸ਼ੁਰੂਆਤ ਹੋਈ ਸੀ 1985 ਦੇ ਵਿੱਚ, ਜਦੋਂ ਸਹਿਕਾਰਤਾ ਮੰਤਰੀ ਪੰਜਾਬ ਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਇਆ ਕਰਦੇ ਸੀ। ਉਸ ਤੋਂ ਬਾਅਦ ਬਾਦਲ ਸਰਕਾਰ ਨੇ ਵੀ ਕਹਿਤਾ ਕਿਸੇ ਨੇ ਹੱਥਕੜੀ ਨਹੀਂ ਲਾਣੀ, ਸਾਬੇਅੰਤ ਸਿੰਘ ਵੇਲੇ ਵੀ ਹੋ ਗਿਆ, ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹਿਤਾ ਨਹੀਂ ਹੱਥਕੜੀ ਲੱਗੂਗੀ ਜੀ, ਤੇ ਚਰਨਜੀਤ ਸਿੰਘ ਚੰਨੀ ਨੇ ਵੀ ਕਹਿਤਾ, ਤੇ ਮੌਜੂਦਾ ਇਹ ਵਾਰੰਟ ਲੈ ਕੇ ਤੁਰ ਪਏ। ਕਈਆਂ ਤੋਂ ਲਿਖਾ ਕੇ ਲੈ ਲਿਆ ਕਿ ਅਸੀਂ ਮਹੀਨੇ ਦੇ ਵਿੱਚ ਪੈਸੇ ਭਰ ਦਿਆਂਗੇ, ਜਾਮਨੀਆਂ ਲੈ ਲਈਆਂ, ਪਰ ਇਹਦਾ ਕੋਈ ਠੋਸ ਹੱਲ ਕੱਢਿਆ ਨਹੀਂ ਗਿਆ। ਇਸ ਕਰਕੇ ਹੁਣ ਚੀਮਾ ਸਾਹਿਬ ਨੇ ਕਹਿਤਾ ਕਿ ਨਹੀਂ, ਚੀਮਾ ਸਾਹਿਬ ਇਹ ਹੋ ਕਿਉਂ ਰਿਹਾ ਹੈ? ਜੇ ਦੂਜਿਆਂ ਨੇ ਗਲਤ ਪਿਰਤ ਪਾਈ ਆ, ਹੁਣ ਤੁਸੀਂ ਬਦਲਾਅ ਦੇ ਮੂਡ 'ਚ ਆਏ ਹੋ, ਕਿਰਪਾ ਕਰਕੇ ਤੁਸੀਂ ਇਹਨੂੰ ਬਦਲ ਦਿਓ, ਇਹਦਾ ਸਦਾ ਵਾਸਤੇ ਹੀ ਹੱਲ ਕਰ ਦਿਓ। ਮੈਂ ਇੱਕ ਗੱਲ ਕਹਾਂ ਕਿ ਕਿਸਾਨਾਂ ਨੂੰ ਜਾਂ ਕੋਈ ਹੋਰ ਡਿਫਾਲਟਰ ਨੇ ਉਹਨਾਂ ਨੂੰ ਪੁੱਠੀਆਂ ਪਾਈਆਂ ਕਿਹਨੇ ਨੇ? ਜਿਨ੍ਹਾਂ ਨੇ ਇਹ ਆਦਤਾਂ ਪਾਈਆਂ, ਸਾਰਾ ਕਰਜ਼ਾ ਮਾਫ ਕਰ ਦਿਆਂਗੇ, ਤੇ ਇਹ ਡਿੱਕੀ ਜਾਂਦੇ ਆ, ਤੇ ਕਿਸਾਨ ਬੈਂਕਾਂ ਨੇ ਨਵੇਂ ਕਰਜ਼ੇ ਦੇਣੇ ਬੰਦ ਕਰਤੇ ਆ। ਜਿਹੜੇ ਬੰਦੇ ਡਿਫਾਲਟਰ ਨੇ ਵੀ ਨਹੀਂ ਦਿੰਦੇ ਕਰਜ਼ੇ, ਅਸੀਂ ਉਹਨਾਂ ਦੀਆਂ ਰਿਕਵਰੀਆਂ ਘਟ ਗਈਆਂ ਇਹਨਾਂ ਸਿਆਸਤਦਾਨਾਂ ਕਰਕੇ। ਆਮ ਤੌਰ ਤੇ 4.5 ਸਾਲ ਤੋਂ ਬਾਅਦ ਜਦੋਂ ਆਖਰੀ ਵਰ੍ਹਾ ਹੁੰਦਾ ਹੈਗਾ, ਅੱਗੇ ਚੋਣਾਂ ਆਉਣੀਆਂ ਹੁੰਦੀਆਂ ਨੇ, ਉਦੋਂ ਫਿਰ ਸਿਆਸਤਦਾਨ ਗੱਫਿਆਂ ਦੇ ਗੱਫੇ ਦਿੰਦੇ ਨੇ। ਮੈਂ ਤਾਂ ਪਹਿਲੀ ਵਾਰ ਇਸ ਗੱਲ ਤੇ ਹੈਰਾਨ ਹੈ ਕਿ ਕਰਜ਼ਾ ਲੈ ਕੇ ਕਰਜ਼ਾ ਮਾਫ ਕੀਤਾ, ਇੱਕ ਪਾਸੇ ਮਾਫ ਕਰਤਾ, ਦੂਜੇ ਪਾਸੇ ਨਵਾਂ ਚੜਾਤਾ। ਅਸੀਂ ਆਪਦਾ ਡੰਗ ਟਪਾ ਕੇ ਤੁਰ ਗਏ ਜੀ, ਆਪਦੀਆਂ ਤਿਜੋਰੀਆਂ ਭਰ ਲੀਆਂ, ਪੰਜਾਬ ਡਿੱਗੇ ਟੱਠੇ ਖੂਹ 'ਚ। ਹੁਣ ਵਾਅਦੇ ਤਾਂ ਤੁਸੀਂ ਵੀ ਉਹੋ ਜਿਹੇ ਕੀਤੇ ਨੇ ਜੀ। ਅੱਜ ਡਿਫਾਲਟਰ ਜਿਹੜੇ ਬਿਜਲੀ ਬੋਰਡ ਦੇ ਨੇ, ਉਹਨਾਂ ਨੂੰ ਕਹਿਤਾ ਕਿ ਇਹਨਾਂ ਤੋਂ ਵਸੂਲੀ ਕਰੋ ਜੀ। ਕਿਉਂ ਨਾ ਕਰੋ। ਬਿਜਲੀ ਚੋਰੀ ਤੇ ਜਿਹੜਾ ਵੱਖ-ਵੱਖ ਵਿਭਾਗਾਂ ਵੱਲ ਬਕਾਇਆ ਖੜਿਆ, ਉਹਨਾਂ ਦੋਨਾਂ ਦੀ ਰਾਸ਼ੀ ਮਿਲਾ ਕੇ ਲਗਭਗ 3000 ਕਰੋੜ ਬਣਦੀ ਹੈ। ਇਹ ਚਾਚੇ ਦੀ ਹੱਟੀ ਹੈ ਵੀ ਜਿੱਥੋਂ ਸਮਾਨ ਚੱਕ ਲਿਆਂਦਾ ਤੇ ਮੁੜ ਕੇ ਮੋੜਨਾ ਨਹੀਂ। ਇਹਨਾਂ ਸਿਆਸਤਦਾਨਾਂ ਨੇ, ਲੋਕ ਚੰਗੇ ਭਲੇ ਪੈਸੇ ਦਿੰਦੇ ਆ, ਇਹ ਵੀ ਕੋਈ ਸ਼ੱਕ ਨਹੀਂ ਕਿ ਕਰਜ਼ਿਆਂ ਦਾ ਮਿਸਯੂਜ ਹੋਇਆ ਹੈ। ਇੱਕ ਬੰਦੇ ਕੋਲੇ 5 ਕਿੱਲੇ ਜ਼ਮੀਨ ਹੈ, ਤੁਸੀਂ ਉਹਨੂੰ ਟਰੈਕਟਰ ਦੇਤਾ 8 ਲੱਖ ਦਾ। ਜਿਹੜੇ ਫੀਲਡ ਅਧਿਕਾਰੀ ਨੇ, ਜਿਹੜੇ ਸਿਆਸਤਦਾਨ ਨੇ, ਉਹ ਲਾਗੂ ਕਰਾਇਆ ਹੈ, ਰਿਕਮੈਂਡ ਕੀਤਾ, ਸਿਫਾਰਿਸ਼ ਕੀਤੀ ਹੈ, ਉਹ ਤੇ ਕਾਰਵਾਈ ਕਿਉਂ ਨਾ ਹੋਵੇ? ਉਹਨਾਂ ਨੇ ਉਹਦੀ ਪੋਜੀਸ਼ਨ ਦੇਖੀ, ਟਰੈਕਟਰਾਂ ਵਾਲਿਆਂ ਤੋਂ ਕਮਿਸ਼ਨ ਲੈ ਲਿਆ ਕਿ ਸਾਡਾ ਟਰੈਕਟਰ ਵਿਕਾ ਦਿਓ, ਸਾਡਾ ਲੋਨ ਜਲਦੀ ਕਰ ਦਿਓ, ਦੁੱਕੀ ਪੰਜੀ ਉਹ ਸਾਂਭ ਲਈ। ਮੈਂ ਮਾਲਵੇ ਦੇ ਵਿੱਚ ਇਹ ਵੀ ਦੇਖਿਆ ਕਿ ਕਰਜ਼ਾ ਟਰੈਕਟਰ ਵਾਸਤੇ ਉਸੇ ਏਜੰਸੀ ਨੂੰ 50,000 ਰੁਪਇਆ ਘੱਟ ਦੇ ਕੇ ਟਰੈਕਟਰ ਵੇਚਤਾ, ਤੇ ਵਰਤ ਲਿਆ ਹੋਰ ਮਾਮਲੇ 'ਚ। ਕਈ ਏਜੰਸੀਆਂ ਵਾਲਿਆਂ ਨੇ ਇੱਕੋ ਹੀ ਟਰੈਕਟਰ 4-4 ਕਿਸਾਨਾਂ ਨੂੰ ਵੇਚਤਾ, ਤੇ ਕਾਰਵਾਈ ਕਿਸੇ ਨੇ ਨਹੀਂ ਕਰਨੀ। ਮੇਰੇ ਕਹਿਣ ਦਾ ਮਤਲਬ ਕਿ ਜੇ ਅਸੀਂ ਕਰਜ਼ਾ ਲੈਂਦੇ ਹਾਂ ਤਾਂ ਇਹ ਫਿਕਰ ਵੀ ਹੋਵੇ ਵਾਪਸ ਕਰਨਾ ਹੈ ਜੀ। ਕਰਜ਼ਾ ਤਾਂ ਤੁਹਾਨੂੰ ਇੱਕ ਵਕਤੀ ਤੌਰ ਤੇ ਰਾਹਤ ਹੈ, ਅਸਲ ਦੇ ਵਿੱਚ ਉਹ ਤੁਹਾਡੇ ਤੇ ਭਾਰ ਹੈ। ਹੁਣ ਕਿਸਾਨਾਂ ਦੀ ਇਸ ਵਾਰ ਕਣਕ ਘਟ ਗਈ, ਨੁਕਸਾਨ ਹੋ ਗਿਆ ਕਿਸਾਨਾਂ ਨੂੰ। ਅੱਗੇ ਬਿਜਲੀ ਨਹੀਂ ਮਿਲਣੀ, ਨਵੇਂ ਬੀਜ ਮਹਿੰਗੇ ਕਰਤੇ, ਖਾਦਾਂ ਮਹਿੰਗੀਆਂ ਕਰਤੀਆਂ, ਕੀੜੇ ਮਾਰ ਦਵਾਈਆਂ ਮਹਿੰਗੀਆਂ ਕਰਤੀਆਂ, ਤੇ ਕਿਹਾ ਤਾਂ ਇਹ ਸੀ 2022 ਵਿੱਚ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ। ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ। ਆ ਪਿਛਲੇ ਲੰਘੇ 10 ਦਿਨਾਂ ਦੇ ਵਿੱਚ ਇੱਕ ਡਰਮ ਤੇਲ ਦੇ ਪਿੱਛੇ ਕਿਸਾਨਾਂ ਤੇ 2000 ਦਾ ਭਾਅ ਵੱਧ ਗਿਆ। ਇਹ ਜਿਹੜੇ ਰਾਜਸੀ ਲੋਕ ਨੇ, ਕਹਿੰਦੇ ਕੁਛ ਨੇ, ਕਰਦੇ ਕੁਛ ਨੇ। ਇਸ ਕਰਕੇ ਸਾਨੂੰ ਜਿਹੜੇ ਵੀ ਰਾਜਸੀ ਆਗੂ ਜਿਹੜੇ ਹੁਣ ਵਾਲੇ ਆਏ ਨੇ, ਮੇਰੀ ਇਹਨਾਂ ਨੂੰ ਵੀ ਬੇਨਤੀ ਹੈ ਕਿ ਉਸ ਤਰ੍ਹਾਂ ਦਾ ਵਾਅਦਾ ਕਰਿਓ ਜਿਹੜਾ ਪੂਰਾ ਕਰ ਸਕੋ। ਦੂਜਾ ਵਾਅਦਾ ਨਾ ਕਰੋ ਪਰ ਤੁਸੀਂ ਕਰ ਲਏ। ਔਰ ਦੋਸ਼ ਇਹ ਲੱਗ ਰਹੇ ਨੇ ਕਿ ਇਹਨਾਂ ਨੇ ਵੀ ਕਰਜ਼ਾ ਲੈ ਲਿਆ। ਜੀ ਜੀ ਢਿੱਲੋਂ ਜੀ, ਭਾਜਪਾ ਨੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਅਮਿਤ ਸ਼ਾਹ ਨੂੰ ਪੱਤਰ ਲਿਖਿਆ, ਜਾਣੂ ਕਰਵਾਇਆ ਕਿ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ।
ਅਸ਼ਵਨੀ ਸ਼ਰਮਾ ਹੋਰਾਂ ਨੇ ਅਮਿਤ ਸ਼ਾਹ ਹੋਰਾਂ ਨੂੰ ਲਿਖਿਆ ਜੀ ਕਿ ਮੌਜੂਦਾ ਸਰਕਾਰ ਪਹਿਲਿਆਂ ਨੂੰ ਚੰਗਾ ਕਹਾਉਣ ਵਾਸਤੇ ਉਦੋਂ 4 ਚੰਦੇ ਉੱਪਰ ਤੁਰ ਪਈ ਹੈ। ਇਹਨਾਂ ਦੇ 2 ਆਗੂਆਂ ਤੇ ਕੇਸ ਦਰਜ ਕੀਤਾ, ਹਾਈ ਕੋਰਟ ਨੇ ਉਹ ਰਾਹਤ ਦੇਤੀ ਹੈ। ਜਿਹੜਾ ਕੇਸ ਇਹਨਾਂ ਨੇ ਕੁਮਾਰ ਵਿਸ਼ਵਾਸ ਤੇ ਅਲਕਾ ਲੰਬਾ ਤੇ ਕੀਤਾ ਹੈ, ਉਹਦੇ ਬਾਰੇ ਸਵਾਲ ਉਠਾ ਰਹੀਆਂ ਨੇ ਵਿਰੋਧੀ ਪਾਰਟੀਆਂ ਕਿ ਉਹ ਪੰਜਾਬ ਦੀ ਜੂਰੀਡਿਕਸ਼ਨ ਹੀ ਨਹੀਂ, ਪੰਜਾਬ ਦੀ ਹੱਦ 'ਚ ਨਹੀਂ ਵਾਪਰਿਆ ਤੇ ਪਰਚੇ ਦਰਜ ਕਰ ਰਹੇ ਨੇ ਪੰਜਾਬ 'ਚ। ਜੇ ਇਹ ਗੱਲ ਸਹੀ ਹੋਵੇ ਤਾਂ ਇਹ ਕੁਮਾਰ ਵਿਸ਼ਵਾਸ ਵਾਲਾ ਜਾਂ ਦੂਜਾ ਪਰਚਾ ਅਦਾਲਤ 'ਚ ਕਿਤੇ ਖੜਨਾ ਨਹੀਂ ਤੇ ਸਰਕਾਰ ਜੀ ਫਿਰ ਥੋੜੀ ਬਦਨਾਮੀ ਬਹੁਤ ਹੋਣੀ ਹੈ। ਉਹਨਾਂ ਨੇ ਚਿੱਠੀ ਲਿਖੀ ਅਮਿਤ ਸ਼ਾਹ ਨੂੰ ਕਿ ਪੰਜਾਬ ਦੇ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਉਲਟ ਦਿਸ਼ਾ ਵੱਲ ਨੂੰ ਜਾ ਰਹੀ ਹੈ। ਇਹ ਚਿੱਠੀ ਉਹਨਾਂ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਹੋਰਾਂ ਨੇ ਲਿਖੀ ਹੈ ਔਰ ਇਹਦਾ ਇੱਕ ਮਾਨਾ ਮੈਂ ਮਹਿਸੂਸ ਕਰਦਾ ਕਿ ਸਰਕਾਰ ਜਿਹੜਾ ਵੀ ਕੰਮ ਕਰੇ ਉਹ ਅੱਗਾ ਦੌੜ ਪਿੱਛਾ ਚੌੜ ਨਾ ਕਰੇ, ਭਾਵੇਂ ਉਹਨੂੰ 10 ਵਾਰੀ ਸੋਚੋ, ਪਹਿਲਾਂ ਉਹਨੂੰ 10 ਵਾਰੀ ਸੋਚ ਕੇ ਬਾਅਦ ਦੇ ਵਿੱਚ ਲਾਗੂ ਕਰੋ ਤਾਂ ਕਿ ਜੇ ਕੋਈ ਚੀਜ਼ ਤੁਸੀਂ ਲਾਗੂ ਕੀਤੀ ਹੈ ਉਹ ਵਾਪਸ ਲੈਣੀ ਨਾ ਪਵੇ। ਜੀ ਢਿੱਲੋਂ ਜੀ, ਸੇਫ ਸਕੂਲ ਵਾਹਨ ਨੀਤੀ ਦੀ ਉਲੰਘਣਾ ਕਰਨ ਤੇ 7 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਗਏ ਨੇ। ਪਹਿਲਾਂ ਇਹ ਸਾਰੀ ਟ੍ਰੈਫਿਕ ਪੁਲਿਸ ਬਿਲਕੁਲ ਠੰਡੇ ਬਸਤੇ 'ਚ ਵਾੜਤੀ ਸੀ ਜੀ। ਇੱਥੇ ਇੱਕ ਮੋਟਰਸਾਈਕਲ ਤੇ 5 ਦੰਦ ਦਨਾਉਂਦੇ ਤੁਰੇ ਫਿਰਦੇ ਆ। ਇਹ ਸਕੂਲੀ ਵਾਹਨ ਉਲੰਘਣਾ ਕਰਦੇ ਨੇ। ਜੇ ਬੱਚੇ ਲਿਜਾਣ ਵਾਲੇ ਵਾਹਨਾਂ ਦੀ ਤੁਸੀਂ ਦੇਖੋ, ਇਹ ਮਲਟੀ ਪ੍ਰੋਬਲਮ ਹੈ, ਬਹੁਤ ਮਤਲਬੀ ਸਮੱਸਿਆ ਹੈਗੀ। ਵਾਹਨ ਵਾਲੇ ਕਹਿੰਦੇ ਨੇ ਅਸੀਂ ਜਿੰਨੇ ਬੱਚੇ ਸਰਕਾਰ ਨੇ ਨਿਰਧਾਰਿਤ ਕਰੇ ਨੇ ਜੇ ਉਨੇ ਲੈ ਕੇ ਜਾਂਦੇ ਆ ਸਾਨੂੰ ਘਾਟਾ ਪੈਂਦਾ ਹੈ। ਆ ਹੁਣੇ ਦੇਖੋ ਤੁਸੀਂ ਡੀਜ਼ਲ ਕਿੰਨਾ ਵੱਧ ਗਿਆ। ਸਕੂਲਾਂ ਵਾਲੀਆਂ ਵਾਹਨਾਂ ਦੇ ਵਿੱਚ ਜੋ ਸੜਕੀ ਨਿਯਮ ਨੇ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ ਵੇ। ਜਦੋਂ ਤੋਂ ਹੁਣ ਅਮਰਦੀਪ ਸਿੰਘ ਰਾਏ ADGP ਸਾਹਿਬ ਨੇ ਉਹਨਾਂ ਨੇ ਟ੍ਰੈਫਿਕ ਦਾ ਕਾਰਜਪਾਲ ਸੰਭਾਲਿਆ ਹੈ, ਉਹਨਾਂ ਨੇ ਰੰਗ ਦਿਖਾਉਣੇ ਸ਼ੁਰੂ ਕਰਤੇ ਹੈ। ਪੁਲਿਸ ਵਾਹਨਾਂ ਦਾ ਵੀ ਕਹਿਤਾ ਕਿ ਉਹਨਾਂ ਦੇ ਨੰਬਰ ਬਕਾਇਦਾ ਲੱਗੇ ਹੋਣੇ ਚਾਹੀਦੇ, ਉਹਨਾਂ ਦੇ ਕਾਗਜ਼ ਪੂਰੇ ਹੋਣੇ ਚਾਹੀਦੇ ਹੈ। ਨਹੀਂ ਪਤਾ ਹੀ ਨਹੀਂ ਲੱਗਦਾ ਪੁਲਿਸ ਵਾਲਿਆਂ ਦੇ ਵਾਹਨਾਂ ਦੇ ਉੱਤੇ ਜਾਲੀ ਨੰਬਰ ਲੱਗੇ ਤੁਰੇ ਫਿਰਦੇ ਆ। ਇਹ ਜਦੋਂ ਤੋਂ ਰਾਏ ਸਾਹਿਬ ਨੇ ਇਹ ਗੱਲ ਕੀਤੀ ਹੈ ਉਦੋਂ ਬਾਅਦ ਜਿਹੜੀ ਟ੍ਰੈਫਿਕ ਪੁਲਿਸ ਆ ਪੰਜਾਬ ਦੀ ਉਹ ਹਰਕਤ 'ਚ ਆਈ ਹੈ। ਉਲੰਘਣਾਵਾਂ ਵਾਲਿਆਂ ਦੇ ਚਲਾਨ ਸ਼ੁਰੂ ਹੋ ਗਏ। 7 ਵਾਹਨ ਉਸੇ ਹਿੱਸੇ 'ਚ ਆਏ ਨੇ ਕਿ ਇਹਨਾਂ ਨੇ ਸੁਰੱਖਿਆ ਨੀਤੀ ਦੀ ਉਲੰਘਣਾ ਕੀਤੀ ਹੈ। ਸੋ ਇਹਨਾਂ ਨੂੰ ਦੇਖਣਾ ਚਾਹੀਦਾ ਔਰ ਨਿਯਮਾਂ ਮੁਤਾਬਕ ਉਹਦੇ ਤੇ ਜੇ ਕਾਰਵਾਈ ਹੁੰਦੀ ਹੈ ਤਾਂ ਹੋਣੀ ਵੀ ਚਾਹੀਦੀ ਹੈ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਹਰਭਜਨ ਸਿੰਘ ETO ਦੀ ਤਾਂ ਉਹਨਾਂ ਦਾ ਕਹਿਣਾ ਕਿ ਕਿਸਾਨਾਂ ਨੂੰ ਖੇਤੀ ਲਈ ਮਿਲਣ ਵਾਲੀ ਬਿਜਲੀ ਸਬਸਿਡੀ ਜਾਰੀ ਰਹੇਗੀ। ਇਹ ਉਹਨਾਂ ਨੇ ਹੁਣੇ ਕੱਲ ਬਿਆਨ ਜਾਰੀ ਕੀਤਾ ਹੈ ਕਿਉਂਕਿ ਜਦੋਂ ਤੋਂ ਇਹ 1 ਕਿਲੋਵਾਟ ਜਾਂ ਦੂਜਾ ਇਹ ਮਾਮਲਾ ਚੱਲਿਆ ਹੈ, ਇਹ ਡਿਫਾਲਟਰਾਂ ਵਾਲਾ ਮਾਮਲਾ ਚੱਲਿਆ ਹੈ, ਕਿਸਾਨੀ ਦੇ ਵਿੱਚ ਇੱਕ ਕਿਸਮ ਦਾ ਭਗਦੜ ਜਿਹੀ ਮੱਚ ਗਈ ਸੀ, ਜਿਸ ਕਾਰਨ ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਨੂੰ ਜੋ ਖੇਤੀ ਸਬਸਿਡੀ ਮਿਲਦੀ ਹੈ ਉਹ ਜਿਉਂਦੀ ਤਿਉਂ ਜਾਰੀ ਰਹੇਗੀ। ਉਹਨਾਂ ਨੇ ਸਰਕਾਰ ਵੱਲੋਂ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈ। ਅਸੀਂ ਸਮਝਦੇ ਹਾਂ ਕਿ ਚੰਗਾ ਉਹਨਾਂ ਨੇ ਸਪਸ਼ਟ ਕਰਤਾ। ਆਮ ਤੌਰ ਤੇ ਰਾਜਸੀ ਆਗੂਆਂ ਦੀਆਂ ਗੱਲਾਂ ਕਹਿਣ ਦੀਆਂ ਹੋਰ ਹੁੰਦੀਆਂ, ਕਰਨ ਦੀਆਂ ਹੋਰ ਹੁੰਦੀਆਂ, ਲੇਕਿਨ ਕਿਸਾਨੀਆਂ ਦੀ ਸਬਸਿਡੀ ਬਾਰੇ ਸਰਕਾਰ ਨੇ ਜੋ ਸਪਸ਼ਟ ਕਰਤਾ ਇਹ ਇੱਕ ਚੰਗੀ ਗੱਲ ਹੈ। ਜੀ ਗੱਲ ਕੀਤੀ ਜਾਵੇ ਢਿੱਲੋਂ ਜੀ ਕਣਕ ਦੀ, ਤਾਂ ਕਣਕ ਦੀ ਖਰੀਦ ਲਈ ਸਰਕਾਰੀ ਨੀਤੀ ਖਜ਼ਾਨੇ ਨੂੰ ਵੱਡਾ ਖੋਰਾ ਲਗਾ ਰਹੀ ਹੈ। ਇਹ ਕਈ ਥਾਵਾਂ ਤੋਂ ਅੱਜ ਸਾਹਮਣੇ ਆਈ ਹੈ। ਜਦੋਂ ਕਿਸਾਨਾਂ ਦੀ ਫਸਲ
ਮੰਡੀ ਬੋਰਡ ਰਾਹੀਂ ਜਾਂਦੀ ਹੈ ਤਾਂ 6% ਉਹਦੇ ਤੇ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਸਰਕਾਰ ਕੋਲੇ ਜਾਂਦਾ ਹੈ। ਦੋਸ਼ ਇਹ ਲੱਗਦੇ ਨੇ ਕਿ ਕਈ ਥਾਵਾਂ ਦੇ ਉੱਤੇ ਆੜ੍ਹਤੀਆਂ ਨੇ ਪ੍ਰਾਈਵੇਟ ਪਲੇਅਰ ਨੂੰ ਇਹ ਖੁੱਲ੍ਹ ਦਿੱਤੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਖਰੀਦੀ ਜਾਓ। ਉਹਦੇ ਨਾਲ ਜਿਹੜਾ ਮੰਡੀ ਬੋਰਡ ਨੂੰ ਮੰਡੀ ਫੀਸ ਜਾਂਦੀ ਹੈ ਉਹ ਕੱਟੀ ਨਹੀਂ ਜਾਂਦੀ ਤੇ ਸਰਕਾਰ ਨੂੰ ਇਸ ਗੱਲ ਦਾ ਚੂਨਾ ਲੱਗ ਰਿਹਾ ਹੈ। ਸਰਕਾਰ ਦਾਅਵੇ ਬਹੁਤ ਕਰਦੀ ਹੈ। ਸਰਕਾਰ ਨੇ ਅਜੇ ਤੱਕ ਇਹ ਵੀ ਨਹੀਂ ਦੱਸਿਆ ਕਿ ਬਾਹਰਲੇ ਰਾਜ ਦੇ ਵਿੱਚੋਂ ਕੋਈ ਫਸਲ ਕਣਕ ਦੀ ਪੰਜਾਬ 'ਚ ਆ ਕੇ ਵਿਕੀ ਹੈ ਜਾਂ ਨਹੀਂ ਵਿਕੀ ਜੀ। ਸਾਰੇ ਦੋ ਧੋਤੇ ਬਣ ਗਏ ਨੇ। ਮੇਰਾ ਖਿਆਲ ਹੈ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਜਿਹੜੀ ਜਾਂਚ ਪੜਤਾਲ ਹੋ ਰਹੀ ਹੈ ਉਹਦੇ ਵਿੱਚ ਸਵਾਲੀਆ ਨਿਸ਼ਾਨ ਉੱਠਦਾ ਹੈ। ਉਸੇ ਸਥਿਤੀ ਦੇ ਵਿੱਚ ਇਹ ਸਥਿਤੀ ਹੈ ਜਿਹੜੀ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਰਹੀ ਹੈ। ਔਰ ਜਿੱਥੇ ਕਿਤੇ ਪ੍ਰਾਈਵੇਟ ਪਲੇਅਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਮੰਡੀ ਬੋਰਡ ਦੇ ਅਧਿਕਾਰੀ ਕਿੱਥੇ ਬੈਠੇ ਨੇ ਜਿਹੜੇ ਇਹ ਸਰਕਾਰੀ ਫੰਡ ਨੂੰ ਚੂਨਾ ਲਾਉਣ ਵਾਸਤੇ ਕਦਮ ਚੱਕ ਰਹੇ ਨੇ। ਇਹਦੇ ਤੇ ਜਿਹੜੇ ਇਹਨਾਂ ਦੇ ਅਧਿਕਾਰੀ ਆ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਾਂ ਕਿਤੇ ਇਹ ਤਾਂ ਨਹੀਂ ਸਰਕਾਰ ਮਿਲੀ ਭੁਗਤਣ ਵਾਲੀ ਇਹ ਸਾਰਾ ਕੁਝ ਕਰਾ ਰਹੀ ਹੈ ਤੇ ਇੱਕ ਵੱਡੇ ਵਪਾਰੀਆਂ ਦੇ ਵੱਡੇ ਕਾਰਪੋਰੇਟਾਂ ਦੇ ਸੈਲੋਆਂ ਦੇ ਵਿੱਚ ਇਹ ਫਸਲ ਭਜਵਾਈ ਜਾ ਸਕੇ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਮੌਜੂਦਾ ਆਪ ਸਰਕਾਰ ਦੀ ਤਾਂ ਦੇਖਿਆ ਜਾ ਰਿਹਾ ਕਿ ਉਹ ਵੀ ਕਈ ਦੋਸ਼ਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਹਾਲ ਦੇ ਵਿੱਚ ਦੋਸ਼ ਇਹ ਵੀ ਲੱਗ ਰਹੇ ਨੇ ਕਿ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਵਿਰੋਧੀ ਧਿਰ ਵਾਲੇ ਸਾਰੇ ਦੋਸ਼ ਲਾ ਰਹੇ ਨੇ ਜੀ। ਇਹ ਕਹਿੰਦੇ ਕਿ ਪੰਜਾਬ ਦੇ ਕੁਝ ਕਮਾਂਡੋ ਫੋਰਸ ਦੇ ਕਰਮਚਾਰੀ ਦਿੱਲੀ ਲਿਜਾ ਕੇ ਅਰਵਿੰਦ ਕੇਜਰੀਵਾਲ ਦੀ ਸਿਕਿਉਰਿਟੀ ਦੇ ਵਿੱਚ ਲਾ ਦਿੱਤੇ ਗਏ ਨੇ। ਇਹ ਦੁਰਵਰਤੋਂ ਕੋਈ ਪਹਿਲੀ ਵਾਰ ਨਹੀਂ ਹੋਈ। ਇੱਥੇ ਇਹੋ ਜਿਹੇ ਭੱਦਰ ਪੁਰਸ਼ ਵੀ ਨੇ ਜਿਨ੍ਹਾਂ ਨੇ ਡੇਰੇ ਵਾਲੇ ਨੂੰ ਪੰਜਾਬ ਪੁਲਿਸ ਦੇ ਕਰਮਚਾਰੀ ਤਾਇਨਾਤ ਕੀਤੇ ਹੋਏ ਸਨ। ਗੱਡੀਆਂ ਵੀ ਪੰਜਾਬ ਪੁਲਿਸ ਦੀਆਂ ਸੀ। ਉਹ ਡੇਰੇ ਵਾਲਾ ਜਿਹਦੇ ਚੇਲੇ ਚਪਟਿਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ, ਉਹ ਵਕਤੀ ਤੌਰ ਤੇ ਭਾਵੇਂ ਫਾਇਦਾ ਲੈ ਗਏ, ਅੱਜ ਉਹ 3 ਸੀਟਾਂ ਤੇ ਖੜ ਗਏ। ਜਿਵੇਂ ਕਹਿੰਦੇ ਆ ਨਾ 3 ਚ ਨਾ 13 ਚ, ਨਾ ਪਲੇਅਰਾਂ ਚ ਨਾ ਸਪੇਅਰਾਂ ਚ, ਅੱਜ ਉਹ ਹੋਈ ਹੈ ਜਿਹੜੀ ਅਕਸਰ ਕਹਿੰਦੇ ਹੋਇਆ ਕਿ ਫਲਾਣੇ ਬੰਦੇ ਨਾਲ ਤਾਂ ਉਹ ਹੋਈ ਜਿਹੜੀ ਖੇਤ ਪਏ ਇੱਕ ਜਾਨਵਰ ਨਾਲ ਹੁੰਦੀ ਹੈ। ਅੱਜ ਉਹ ਵੱਖਰੇ ਵੱਖਰੇ ਤਰਲੋ ਮੱਛੀ ਹੋ ਰਹੇ ਨੇ ਕਿਹੜੇ ਤਰੀਕੇ ਦੇ ਨਾਲ ਦੁਬਾਰਾ ਸੱਤਾ ਦੇ ਵਿੱਚ ਵਾਪਸੀ ਕੀਤੀ ਜਾਵੇ। ਜੇ ਤੁਸੀਂ ਗੁਰੂ ਸਾਹਿਬਾਨ ਦੀਆਂ ਤੁਹਾਡੇ ਰਾਜ ਦੇ ਵਿੱਚ ਬੇਅਦਬੀਆਂ ਹੋਣ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੁਸੀਂ ਆਪਣੇ ਮਫਾਦਾਂ ਲਈ ਵਰਤਿਆ ਹੋਵੇ, ਤੇ ਫਿਰ ਗੁਰੂ ਮੱਤ ਮਾਰਦਾ ਹੁੰਦਾ ਹੈ। ਤੇ ਅੱਜ ਗੁਰੂ ਨੇ ਤੁਹਾਨੂੰ ਉਹ ਸਜ਼ਾ ਦੇਤੀ ਹੈ, ਮੰਨੋ ਜਾਂ ਨਾ ਮੰਨੋ। ਸਜ਼ਾ ਤਾਂ ਪਹਿਲਾਂ ਵੀ ਦਿੱਤੀ ਸੀ, ਤੁਸੀਂ ਮੰਨੀ ਨਹੀਂ। ਤੇ ਗੁਰੂ ਬਹੁਤ ਵੱਡਾ ਹੀ ਚੀਜ਼ ਹੈ, ਉਹ ਸਮਰੱਥ ਹੈ, ਉਹਨਾਂ ਨੇ ਇਹ ਕੀਤਾ ਹੈ। ਸੋ ਇਹੀ ਚੀਜ਼ਾਂ ਇਹਨਾਂ ਦੇ ਉੱਤੇ ਲੱਗਦੀਆਂ ਨੇ ਕਿ ਪੰਜਾਬ ਭਵਨ ਦਿੱਲੀ ਦੇ ਵਿੱਚ ਇਹ ਪੁਲਿਸ ਕਰਮਚਾਰੀ ਤਬਦੀਲ ਕਰਕੇ ਉੱਥੋਂ ਕਹਿੰਦੇ ਸਿਕਿਉਰਿਟੀ ਚਲਾਤੇ ਨੇ ਅਰਵਿੰਦ ਕੇਜਰੀਵਾਲ ਦੀ 'ਚ। ਤੇ ਜਿਹੜਾ ਆਹ ਕੇਸ ਦਰਜ ਕੀਤੇ ਜਾ ਰਹੇ ਨੇ ਇਹ ਵੀ ਉਲੰਘਣਾ ਹੈ। ਇਹਦਾ ਜਵਾਬ ਤਾਂ ਭਗਵੰਤ ਸਿੰਘ ਮਾਨ ਗ੍ਰਹਿ ਵਿਭਾਗ ਉਹਨਾਂ ਕੋਲ ਆ, ਉਹਨਾਂ ਨੂੰ ਦੇਣਾ ਪੈਂਦਾ। ਇਹ ਜਿਹੜੇ ਵਿਰੋਧੀ ਧਿਰ ਦੇ ਆਗੂ ਇਹ ਚੀਜ਼ਾਂ ਮੰਗ ਰਹੇ ਨੇ, ਉਹਦਾ ਜਵਾਬ ਫਿਰ ਭਗਵੰਤ ਸਿੰਘ ਮਾਨ ਹੁਣ ਦੇਣ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ, ਮਿਹਰਬਾਨੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।